ਸਤਿ ਸ਼੍ਰੀ ਅਕਾਲ ਪੇਰੈਂਟਸ। ਅੱਜ ਅਸੀਂ ਗੱਲ ਕਰਨਾ ਚਾਹਾਂਗੇ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਜੋ ਕਿ ਹੈ ਔਟਿਜ਼ਮ। ਔਟਿਜ਼ਮ ਜੋ ਕਿ ਅੱਜਕੱਲ ਜ਼ਿਆਦਾਤਰ ਪੇਰੈਂਟਸ ਨੂੰ ਪਤਾ ਹੀ ਹੈ ਕਿ ਇਹ ਹੁੰਦਾ ਕੀ ਹੈ ਕਿ ਔਟਿਜ਼ਮ ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ ਜੋ ਕਿ ਇਸ ਦੀ ਬਹੁਤ ਅਵੇਅਰਨੈਸ ਫੈਲੀ ਵੀ ਹੋਈ ਹੈ। ਜਿਵੇਂ ਕਿ ਅੱਜਕੱਲ ਮੋਬਾਈਲ ਫੋਨਸ ਦੇ ਵਿੱਚ ਟੀਵੀ ਵਿੱਚ ਤੁਸੀਂ ਈਜ਼ੀਲੀ ਇਸ ਦੇ ਬਾਰੇ ਜਾਣ ਸਕਦੇ ਹੋ ਕਿ ਔਟਿਜ਼ਮ ਹੈ ਕੀ ਔਰ ਇਸ ਦੇ ਕੀ ਸਿੰਪਟਮਸ ਹੋ ਸਕਦੇ ਹਨ। ਬਟ ਇਹਦੇ ਡੀਪਲੀ ਅਗਰ ਤੁਹਾਨੂੰ ਦੱਸਿਆ ਜਾਵੇ ਕਿ ਬਟ ਫਿਰ ਵੀ ਇਸ ਦੇ ਕੁਝ ਕੁਐਸਚਨਸ ਹੁੰਦੇ ਹਨ ਜੋ ਪੇਰੈਂਟਸ ਦੇ ਮਾਈਂਡ ਵਿੱਚ ਚੱਲਦੇ ਰਹਿੰਦੇ ਹਨ, ਜਿਵੇਂ ਕਿ ਕੀ ਸਾਡਾ ਬੱਚਾ ਔਟਿਸਟਿਕ ਹੈ ਜਾਂ ਫਿਰ ਸਪੀਚ ਡਿਲੇ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਦੇ ਵਿੱਚ ਔਟਿਜ਼ਮ ਦੇ ਸਾਈਨਸ ਨਹੀਂ ਹੁੰਦੇ ਹਨ ਬਟ ਫਿਰ ਵੀ ਬੱਚਾ ਸਪੀਚ ਡਿਲੇ ਹੁੰਦਾ ਹੈ ਕਿ ਜਿਵੇਂ ਬੱਚਾ 3 ਸਾਲ ਦਾ ਹੋ ਗਿਆ ਹੈ, 4 ਸਾਲ ਦਾ ਹੋ ਗਿਆ ਬਟ ਫਿਰ ਵੀ ਉਸਦੀ ਸਪੀਚ ਜੋ ਹੈ ਇੱਕ ਜਾਂ ਦੋ ਵਰਡਸ ਦੀ ਹੀ ਹੈ। ਉਹ ਆਪਣੇ ਏਜ ਦੇ ਹਿਸਾਬ ਨਾਲ ਵਰਡਸ ਨਹੀਂ ਬੋਲ ਪਾ ਰਿਹਾ ਹੈ ਤੇ ਪੇਰੈਂਟਸ ਇਸੀ ਚੀਜ਼ ਨੂੰ ਲੈ ਕੇ ਬਹੁਤ ਟੈਨਸ਼ਨ ਵਿੱਚ ਵੀ ਚਲੇ ਜਾਂਦੇ ਹਨ ਕਿ ਕੀ ਸਾਡਾ ਬੱਚਾ ਸਪੀਚ ਡਿਲੇ ਹੈ ਔਰ ਜਾਂ ਇਹ ਕੋਈ ਔਟਿਜ਼ਮ ਦਾ ਹੀ ਸਾਈਨ ਹੈ ਕਿ ਉਸਦੀ ਸਪੀਚ ਨਹੀਂ ਹੈ। ਇਸ ਦੇ ਬਾਰੇ ਵਿੱਚ ਅੱਜ ਅਸੀਂ ਬਹੁਤ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਪੀਚ ਡਿਲੇ ਦੇ ਬਾਰੇ ਵਿੱਚ। ਪੇਰੈਂਟਸ ਆਪਣੇ ਘਰ ਵਿੱਚ ਵੀ ਆਪਣੇ ਬੱਚੇ ਦੀ ਸਪੀਚ ਡਿਲੇ ਨੂੰ ਪਹਿਚਾਨ ਸਕਦੇ ਹਨ ਕਿ ਉਹਨਾਂ ਦਾ ਬੱਚਾ ਸਪੀਚ ਡਿਲੇ ਹੈ ਕਿ ਨਹੀਂ ਔਰ ਕਿੰਨਾ ਉਹ ਡਿਲੇ ਹੈ ਆਪਣੀ ਸਪੀਚ ਦੇ ਵਿੱਚ। ਜਿਵੇਂ ਕਿ ਅਗਰ ਬੱਚਾ 12 ਜਾਂ 18 ਮਹੀਨੇ ਦਾ ਹੈ, 1 ਸਾਲ ਦਾ ਹੈ ਤੇ ਉਸਨੂੰ 10 ਵਰਡਸ ਜੈਨੂਅਨ ਬੋਲਣੇ ਹੀ ਚਾਹੀਦੇ ਹਨ। ਜਿਵੇਂ ਕਿ ਮੰਮਾ ਨੂੰ ਹੀ ਮੰਮਾ ਬੋਲੇ, ਪਾਪਾ ਨੂੰ ਹੀ ਪਾਪਾ ਬੋਲੇ ਤੇ ਮਾਸੀ ਨੂੰ ਹੀ ਮਾਸੀ ਬੋਲੇ, ਇਹ ਹੁੰਦੇ ਹਨ ਜੈਨੂਅਨ ਵਰਡਸ। ਜੇ ਅਗਰ 1 ਸਾਲ ਦਾ 18 ਜਾਂ 12 ਮਹੀਨੇ ਦਾ ਬੱਚਾ ਇਹ ਜੈਨੂਅਨ ਵਰਡਸ ਬੋਲ ਰਿਹਾ ਹੈ ਤੇ ਬੱਚੇ ਦੀ ਸਪੀਚ ਨਾਰਮਲ ਹੈ। ਬਟ ਅਗਰ ਬੱਚਾ 1 ਸਾਲ ਦੀ ਏਜ ਦੇ ਵਿੱਚ ਮੰਮਾ ਪਾਪਾ ਵੀ ਨਹੀਂ ਬੋਲ ਰਿਹਾ ਹੈ, ਸਿਰਫ ਬੈਬਲਿੰਗ ਕਰ ਰਿਹਾ ਹੈ ਤਾਂ ਫਿਰ ਉਹ ਸਪੀਚ ਨਹੀਂ ਹੁੰਦੀ ਹੈ। ਤੇ ਅਗਰ ਇਹ ਵੀ ਹੁੰਦਾ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚਾ ਮੰਮਾ ਪਾਪਾ ਬੋਲ ਤਾਂ ਰਿਹਾ ਹੈ ਬਟ ਉਸਨੂੰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਉਹ ਮੰਮਾ ਕਿਸ ਨੂੰ ਬੋਲ ਰਿਹਾ ਹੈ ਜਾਂ ਪਾਪਾ ਕਿਸ ਨੂੰ ਬੋਲ ਰਿਹਾ ਹੈ। ਜਿਵੇਂ ਕਿ ਉਹ ਮੰਮਾ ਨੂੰ ਤਾਂ ਮੰਮਾ ਬੋਲ ਹੀ ਰਿਹਾ ਹੈ, ਪਾਪਾ ਨੂੰ ਵੀ ਮੰਮਾ ਬੋਲ ਰਿਹਾ ਹੈ, ਦਾਦੀ ਨੂੰ ਵੀ ਮੰਮਾ ਬੋਲ ਰਿਹਾ ਹੈ, ਮਾਸੀ ਨੂੰ ਵੀ ਮੰਮਾ ਬੋਲ ਰਿਹਾ ਹੈ, ਦੀਦੀ ਨੂੰ ਵੀ ਮੰਮਾ ਬੋਲ ਰਿਹਾ ਹੈ। ਇਹ ਹੁੰਦੀ ਹੈ ਅੰਡਰਸਟੈਂਡਿੰਗ ਕਿ ਬੱਚੇ ਨੂੰ ਅੰਡਰਸਟੈਂਡਿੰਗ ਹੀ ਨਹੀਂ ਹੈ ਕਿ ਉਸ ਨੂੰ ਮੰਮਾ ਕਿਸ ਨੂੰ ਬੋਲਣਾ ਹੈ। ਉਸ ਇਹੀ ਹੁੰਦੇ ਹਨ ਜੈਨੂਅਨ ਵਰਡਸ। ਅਗਰ ਬੱਚਾ ਮੰਮਾ ਪਾਪਾ ਬੋਲ ਰਿਹਾ ਹੈ ਤੇ ਪੇਰੈਂਟਸ ਇਹਦੇ ਵਿੱਚ ਹੀ ਖੁਸ਼ ਹੋਣ ਲੱਗ ਜਾਂਦੇ ਹਨ ਤੇ ਬੱਚੇ ਨੂੰ ਐਪਰੀਸ਼ੀਏਟ ਕਰਨ ਲੱਗ ਜਾਂਦੇ ਹਨ ਕਿ ਸਾਡਾ ਬੱਚਾ ਤਾਂ ਬਹੁਤ ਹੀ ਕਲੀਅਰਲੀ ਮੰਮਾ ਬੋਲਦਾ ਹੈ, ਪਾਪਾ ਬੋਲਦਾ ਹੈ। ਬਟ ਉਹਦੀ ਜੋ ਅੰਡਰਸਟੈਂਡਿੰਗ ਹੈ ਕਿ ਉਹ ਜੈਨੂਅਨ ਨਹੀਂ ਬੋਲ ਰਿਹਾ ਹੈ ਕਿ ਮੰਮਾ ਨੂੰ ਮੰਮਾ ਬੋਲੇ ਤੇ ਪਾਪਾ ਨੂੰ ਪਾਪਾ। ਤੇ ਹੁਣ ਅਸੀਂ ਗੱਲ ਕਰਾਂਗੇ 2 ਸਾਲ ਦੇ ਬੱਚੇ ਦੇ ਬਾਰੇ ਵਿੱਚ ਕਿ 2 ਸਾਲ ਦੇ ਬੱਚੇ ਨੂੰ 20 ਵਰਡਸ ਡੇਲੀ ਬੋਲਣੇ ਚਾਹੀਦੇ ਹਨ। ਜਿਵੇਂ ਕਿ ਅਗਰ ਬੱਚਾ 2 ਸਾਲ ਦਾ ਹੈ ਤੇ ਉਸ ਨੂੰ ਆਪਣੀ ਨੀਡਸ ਦੱਸਣੀਆਂ ਚਾਹੀਦੀਆਂ ਹਨ 2-2 ਵਰਡਸ ਦੇ ਵਿੱਚ। ਜਿਵੇਂ ਕਿ ਉਸ ਨੂੰ ਅਗਰ ਦੁੱਧੂ ਚਾਹੀਦਾ ਹੈ ਤੇ ਉਹ ਬੋਲੇ ਮੰਮਾ ਦੁੱਧੂ। ਅਗਰ ਬੱਚੇ ਨੇ ਕਿਤੇ ਬਾਹਰ ਜਾਣਾ ਹੈ ਤੇ ਆਪਣੇ ਪਾਪਾ ਨੂੰ ਬੋਲੇ ਪਾਪਾ ਬਾਹਰ। ਇਹ ਹੁੰਦੀ ਹੈ ਬੱਚੇ ਦੀ ਸਪੀਚ 2 ਸਾਲ ਦੇ ਵਿੱਚ। ਅਗਰ 2 ਸਾਲ ਦੇ ਵਿੱਚ ਬੱਚਾ ਇੰਨੀ ਕੁ ਸਪੀਚ ਬੋਲ ਰਿਹਾ ਹੈ ਤੇ ਮਤਲਬ ਉਸਦੀ ਸਪੀਚ ਨਾਰਮਲ ਹੈ। ਬਟ ਅਗਰ ਨਹੀਂ ਬੋਲਦਾ ਹੈ ਤੇ ਫਿਰ ਉਹ ਸਪੀਚ ਡਿਲੇ ਹੈ। ਜਿਵੇਂ ਕਿ ਅਗਰ ਬੱਚਾ 2 ਸਾਲ ਦਾ ਹੋ ਗਿਆ ਹੈ ਬਟ ਫਿਰ ਵੀ ਉਹ ਬੈਬਲਿੰਗ ਕਰ ਰਿਹਾ ਹੈ ਜਾਂ ਫਿਰ ਇੱਕ ਵਰਡ ਤੇ ਹੀ ਹੈ, ਉਸ ਨੂੰ ਆਪਣੀ ਨੀਡ ਜਿੱਦਾਂ ਦੱਸਣੀ ਨਹੀਂ ਆ ਰਹੀ ਹੈ। ਅਗਰ ਉਸਨੂੰ ਦੁੱਧੂ ਚਾਹੀਦਾ ਹੈ ਤੇ ਮੰਮਾ ਨੂੰ ਬੋਲ ਰਿਹਾ ਹੈ ਸਿਰਫ ਦੁੱਧੂ ਤੇ ਪਾਪਾ ਨੂੰ ਸਿਰਫ ਬੋਲ ਰਿਹਾ ਹੈ ਬਾਹਰ, ਇਹ ਸਪੀਚ ਨਹੀਂ ਹੈ। ਸਪੀਚ ਹੈ 2-2 ਵਰਡਸ ਦੇ ਅੰਡਰ, ਜਿਵੇਂ ਕਿ ਮੰਮਾ ਦੁੱਧੂ, ਪਾਪਾ ਬਾਹਰ। ਇਹ ਹੁੰਦੀ ਹੈ ਬੱਚੇ ਦੀ ਨਾਰਮਲ ਸਪੀਚ। ਹੁਣ ਅਸੀਂ ਗੱਲ ਕਰਾਂਗੇ 3 ਸਾਲ ਦੇ ਏਜ ਦੇ ਬੱਚੇ ਦੀ ਕਿ ਅਗਰ ਬੱਚਾ 3 ਸਾਲ ਦਾ ਹੈ ਤੇ ਉਸ ਨੂੰ 3-3 ਸ਼ਬਦਾਂ ਨੂੰ ਬੋਲ ਕੇ ਆਪਣੀ ਨੀਡ ਦੱਸਣੀ ਚਾਹੀਦੀ ਹੈ। ਜਿਵੇਂ ਕਿ ਅਗਰ ਬੱਚੇ ਨੇ ਬਾਹਰ ਜਾਣਾ ਹੈ ਤੇ ਉਹ ਬੋਲੇ ਮੰਮਾ ਬਾਹਰ ਚਲੋ, ਜਾਂ ਫਿਰ ਉਸ ਨੂੰ ਕੋਈ ਚੀਜ਼ ਖਾਣ ਲਈ ਚਾਹੀਦੀ ਹੈ ਤੇ ਉਹ ਬੋਲੇ ਕਿ ਮੰਮਾ ਚੀਜ਼ੀ ਦੇ ਦਿਓ। ਇਹ ਹੁੰਦੀ ਹੈ 3 ਸਾਲ ਦੇ ਏਜ ਦੇ ਬੱਚੇ ਦੀ ਸਪੀਚ, ਹਨਾ। ਤੇ ਹੁਣ ਅਸੀਂ ਗੱਲ ਕਰਾਂਗੇ 4 ਜਾਂ 5 ਸਾਲ ਦੇ ਏਜ ਦੇ ਬੱਚੇ ਦੀ। ਅਗਰ ਬੱਚਾ 4 ਜਾਂ 5 ਸਾਲ ਦਾ ਹੈ ਤੇ ਉਹ ਇੰਨਾ ਕੁ ਕੈਪੇਬਲ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਨੀਡ ਆਰਾਮ ਨਾਲ ਦੱਸ ਸਕੇ ਜਾਂ ਫਿਰ ਆਪਣੀ ਚੀਜ਼ ਦੱਸ ਸਕੇ ਜਾਂ ਆਪਣੀ ਗੱਲ ਸਮਝਾ ਪਾਵੇ ਕਿ ਆਪਣੇ ਮੰਮਾ ਪਾਪਾ ਨੂੰ ਕਿ ਉਸ ਨੂੰ ਕੀ ਚਾਹੀਦਾ ਹੈ ਜਾਂ ਉਹ ਕੀ ਕਰਨਾ ਚਾਹੁੰਦਾ ਹੈ। ਆਪਣੀ ਹਾਂ ਜਾਂ ਨਾ ਸਭ ਡਿਟੇਲ ਵਿੱਚ ਸੈਂਟੈਂਸਿਸ ਦੇ ਵਿੱਚ ਬਣਾ ਕੇ ਦੱਸ ਸਕੇ। ਅਗਰ ਬੱਚਾ 5 ਸਾਲ ਦਾ ਹੈ ਤਾਂ ਉਹ 5 ਸ਼ਬਦਾਂ ਨੂੰ ਜੋੜ ਕੇ ਬਹੁਤ ਸਾਰੇ ਸੈਂਟੈਂਸਿਸ ਜਿੱਦਾਂ 10 ਤੋਂ 20 ਸੈਂਟੈਂਸਿਸ ਬਣਾ ਸਕੇ। ਜਿਵੇਂ ਕਿ ਅਗਰ ਘਰ ਦੇ ਵਿੱਚ ਮੰਮਾ ਨੇ ਕੋਈ ਇੱਦਾਂ ਦੀ ਅਜਿਹੀ ਸਬਜ਼ੀ ਬਣਾਈ ਹੈ ਜੋ ਬੱਚੇ ਨੂੰ ਨਹੀਂ ਪਸੰਦ ਹੈ
ਉਦਾਹਰਨ ਦੇ ਤੌਰ ਤੇ ਅਗਰ ਮੰਮਾ ਨੇ ਕੱਦੂ ਹੀ ਬਣਾਇਆ ਹੈ ਤੇ ਬੱਚੇ ਨੂੰ ਨਹੀਂ ਪਸੰਦ ਹੈ ਤੇ ਬੱਚਾ ਬੋਲ ਕੇ ਦੱਸ ਸਕੇ ਕਿ ਮੰਮਾ ਇਹ ਮੈਂ ਕੱਦੂ ਨਹੀਂ ਖਾਣਾ, ਮੈਨੂੰ ਇਹ ਕੱਦੂ ਨਹੀਂ ਪਸੰਦ ਹੈ, ਤੁਸੀਂ ਇਹ ਕਿਉਂ ਬਣਾਇਆ ਹੈ। ਅਜਿਹੇ ਸੈਂਟੈਂਸਿਸ ਉਹ ਬਣਾ ਸਕੇ। ਡੇਲੀ ਕੋਈ ਇੱਕ ਚੀਜ਼ ਤੇ ਉਹ ਬਹੁਤ ਸਾਰੇ ਸੈਂਟੈਂਸਿਸ ਬੋਲੇ ਜਾਂ ਆਪਣੀ ਗੱਲ ਸਮਝਾਵੇ ਆਪਣੇ ਮੰਮੀ ਪਾਪਾ ਨੂੰ। ਇਹ ਹੁੰਦੀ ਹੈ 4 ਔਰ 5 ਸਾਲ ਦੇ ਬੱਚੇ ਦੀ ਸਪੀਚ। ਦੂਸਰੀ ਤਰਫ ਅਗਰ ਅਸੀਂ ਗੱਲ ਕਰੀਏ ਔਟਿਜ਼ਮ ਦੀ, ਤੇ ਔਟਿਜ਼ਮ ਦੇ ਬਹੁਤ ਸਾਰੇ ਸਾਈਨਸ ਹੁੰਦੇ ਹਨ ਜਿਸ ਤੋਂ ਅਸੀਂ ਪਤਾ ਕਰ ਸਕਦੇ ਹਾਂ ਕਿ ਬੱਚਾ ਔਟਿਸਟਿਕ ਹੈ ਜਾਂ ਫਿਰ ਨਹੀਂ। ਔਟਿਜ਼ਮ ਦੇ ਸਾਈਨਸ ਜਿਵੇਂ ਕਿ ਅਗਰ ਬੱਚਾ ਔਟਿਸਟਿਕ ਹੈ ਤੇ ਬੱਚੇ ਨੂੰ ਰੀਜ਼ਨਿੰਗ ਦੀ ਪ੍ਰੋਬਲਮ ਹੋਵੇਗੀ, ਬੱਚਾ ਅਟੈਂਸ਼ਨ ਨਹੀਂ ਦੇਵੇਗਾ, ਆਈ ਕੰਟੈਕਟ ਨਹੀਂ ਕਰੇਗਾ, ਬਹੁਤ ਹਾਈਪਰ ਹੋਵੇਗਾ, ਇੱਧਰ ਉੱਧਰ ਭੱਜਦਾ ਦੌੜਦਾ ਰਹੇਗਾ, ਇੱਕ ਜਗ੍ਹਾ ਤੇ ਟਿੱਕੇ ਨਹੀਂ ਬੈਠੇਗਾ। ਇਹ ਕੁਝ ਸਾਈਨਸ ਹੁੰਦੇ ਹਨ ਔਟਿਜ਼ਮ ਦੇ। ਔਟਿਜ਼ਮ ਵਿੱਚ ਵੀ ਆਪਾਂ ਬੱਚੇ ਨੂੰ ਦੋ ਤਰ੍ਹਾਂ ਨਾਲ ਦੇਖਦੇ ਹਾਂ, ਜਿਵੇਂ ਕਿ ਇੱਕ ਪਾਸੇ ਹੁੰਦਾ ਹੈ ਕਿ ਬੱਚਾ ਰੈਸਟਲੈਸ ਹੈ ਤੇ ਦੂਸਰੀ ਤਰਫ ਅਗਰ ਦੇਖਦੇ ਹਾਂ ਤੇ ਬੱਚਾ ਹਾਈਪਰ ਐਕਟਿਵ ਹੈ। ਰੈਸਟਲੈਸ ਦਾ ਕੀ ਮਤਲਬ ਹੁੰਦਾ ਹੈ ਕਿ ਬੱਚਾ ਟਿੱਕੇ ਨਹੀਂ ਬੈਠ ਰਿਹਾ ਹੈ, ਕਿ ਕਦੀ ਦੌੜ ਰਿਹਾ ਹੈ, ਭੱਜ ਰਿਹਾ ਹੈ, ਕਦੇ ਇੱਧਰ ਭੱਜ ਰਿਹਾ ਹੈ, ਕਦੇ ਲੈਫਟ ਕਦੇ ਰਾਈਟ ਭੱਜ ਹੀ ਰਿਹਾ ਹੈ, ਕਦੇ ਇੱਕ ਜਗ੍ਹਾ ਤੇ ਜਾ ਕੇ ਇੱਕ ਚੀਜ਼ ਛੂ ਰਿਹਾ ਹੈ, ਦੂਸਰੀ ਜਗ੍ਹਾ ਤੇ ਜਾ ਕੇ ਦੂਸਰੀ ਚੀਜ਼ ਛੂ ਰਿਹਾ ਹੈ, ਬੱਚਾ ਟਿਕਦਾ ਹੀ ਨਹੀਂ ਹੈ, ਬੈਠਦਾ ਹੀ ਨਹੀਂ ਹੈ। ਇਹ ਹੁੰਦਾ ਹੈ ਰੈਸਟਲੈਸ। ਦੂਸਰੀ ਤਰਫ ਅਗਰ ਅਸੀਂ ਗੱਲ ਕਰੀਏ ਹਾਈਪਰ ਐਕਟਿਵ ਦੀ, ਤੇ ਹਾਈਪਰ ਐਕਟਿਵ ਵਿੱਚ ਕੀ ਹੁੰਦਾ ਹੈ ਕਿ ਬੱਚਾ ਚੀਜ਼ਾਂ ਨੂੰ ਤੋੜਦਾ ਫੋੜਦਾ ਰਹਿੰਦਾ ਹੈ। ਜਿਵੇਂ ਕਿ ਅਗਰ ਬੱਚਾ ਕਿਤੇ ਬਾਹਰ ਬੈਠਾ ਹੈ, ਉਸਦੇ ਆਲੇ ਦੁਆਲੇ ਕੋਈ ਚੀਜ਼ਾਂ ਪਈਆਂ ਹਨ ਤੇ ਉਹ ਚੀਜ਼ਾਂ ਨੂੰ ਚੁੱਕ ਚੁੱਕ ਕੇ ਸੁੱਟੇਗਾ, ਤੋੜਦਾ ਰਹੇਗਾ, ਤੋੜੇਗਾ ਫੋੜੇਗਾ। ਤੇ ਅਗਰ ਬੱਚਾ ਬੈੱਡ ਤੇ ਬੈਠਾ ਹੈ, ਮੰਮਾ ਨੇ ਉਸ ਨੂੰ ਬੈੱਡ ਤੇ ਬਿਠਾ ਕੇ ਕਿਤੇ ਕੰਮ ਕਰਨ ਚਲੇ ਗਏ ਆਪਣਾ ਕੋਈ ਕਿਚਨ ਵਗੈਰਾ ਦਾ, ਤੇ ਬੱਚਾ ਕੀ ਕਰੇਗਾ ਕਿ ਬੈੱਡ ਤੇ ਜੋ ਵੀ ਉਸ ਨੂੰ ਸਮਾਨ ਦਿਖੇਗਾ ਉਹ ਨੀਚੇ ਚੁੱਕ ਚੁੱਕ ਕੇ ਤੋੜੇਗਾ, ਤੋੜਦਾ ਰਹੇਗਾ, ਫੋੜਦਾ ਰਹੇਗਾ। ਇਹ ਹੁੰਦਾ ਹੈ ਹਾਈਪਰ ਐਕਟਿਵ ਬੱਚਾ। ਅਗਰ ਬੱਚਾ ਰੈਸਟਲੈਸ ਹੈ, ਹਾਈਪਰ ਐਕਟਿਵ ਹੈ, ਤੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਬੱਚਾ ਸਪੀਚ ਡਿਲੇ ਹੈ, ਕਿਉਂਕਿ ਅਗਰ ਬੱਚਾ ਰੈਸਟਲੈਸ ਹੈ, ਹਾਈਪਰ ਐਕਟਿਵ ਹੈ ਤੇ ਬੱਚਾ ਟਿਕੇਗਾ ਹੀ ਨਹੀਂ, ਟਿਕੇ ਬੈਠੇਗਾ ਹੀ ਨਹੀਂ, ਕਿਸੇ ਦੇ ਸੁਣੇਗਾ ਹੀ ਨਹੀਂ, ਤੇ ਇਹ ਕਾਰਨ ਵੀ ਹੈ ਕਿ ਬੱਚਾ ਸਪੀਚ ਡਿਲੇ ਹੋ ਸਕਦਾ ਹੈ। ਤੇ ਦੂਸਰੀ ਤਰਫ ਅਗਰ ਗੱਲ ਕਰੀਏ ਕਿ ਅਗਰ ਬੱਚਾ ਰੈਸਟਲੈਸ ਹੈ, ਹਾਈਪਰ ਐਕਟਿਵ ਹੈ ਤੇ ਬੱਚੇ ਦੇ ਵਿੱਚ ਕੌਨਸੈਂਟਰੇਸ਼ਨ ਦੀ ਕਮੀ ਹੋਵੇਗੀ, ਅਟੈਂਸ਼ਨ ਦੀ ਕਮੀ ਹੋਵੇਗੀ। ਤੇ ਅਗਰ ਬੱਚਾ ਕੌਨਸੈਂਟਰੇਟ ਹੀ ਨਹੀਂ ਕਰੇਗਾ, ਅਟੈਂਸ਼ਨ ਹੀ ਨਹੀਂ ਦੇਵੇਗਾ, ਤੇ ਫਿਰ ਬੱਚਾ ਕਿਵੇਂ ਸਪੀਚ ਸਿੱਖ ਸਕਦਾ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਕੌਨਸੈਂਟਰੇਸ਼ਨ ਅਟੈਂਸ਼ਨ ਦੀ ਕਮੀ ਕਰਕੇ ਵੀ ਬੱਚੇ ਦੇ ਵਿੱਚ ਸਪੀਚ ਡਿਲੇ ਹੋ ਸਕਦੀ ਹੈ। ਹੁਣ ਅਸੀਂ ਨੈਕਸਟ ਗੱਲ ਕਰਾਂਗੇ ਬੱਚੇ ਦੇ ਸੈਂਸਿਸ ਦੇ ਬਾਰੇ ਵਿੱਚ। ਇਹ ਇੱਕ ਨਾਰਮਲ ਕੁਐਸਚਨ ਹੈ ਜੋ ਪੇਰੈਂਟਸ ਦੇ ਮਾਈਂਡ ਵਿੱਚ ਆਉਂਦਾ ਹੈ, ਕਿਉਂਕਿ ਉਹ ਆਪਣੇ ਬੱਚੇ ਨੂੰ ਦੇਖਦੇ ਹਨ ਕਿ ਸ਼ਾਇਦ ਉਹ ਸਮਝਦੇ ਕਿ ਉਹਨਾਂ ਦੇ ਬੱਚੇ ਦੇ ਵਿੱਚ ਸੈਂਸਿਸ ਦੀ ਕੋਈ ਪ੍ਰੋਬਲਮ ਹੈ, ਜਿਸ ਦੇ ਕਰਕੇ ਉਹ ਬੱਚਾ ਆਪਣੇ ਸੈਂਸਿਸ ਨੂੰ ਸਮਝ ਨਹੀਂ ਪਾਉਂਦਾ ਹੈ। ਤੇ ਇੱਥੇ ਕੀ ਹੁੰਦਾ ਹੈ ਕਿ ਬੱਚੇ ਦੇ ਵਿੱਚ ਸੈਂਸਿਸ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ, ਕਿਉਂਕਿ ਪੇਰੈਂਟਸ ਬੋਲਦੇ ਹਨ ਕਿ ਸਾਡਾ ਬੱਚਾ ਸੁਣਦਾ ਤਾਂ ਹੈ ਪਰ ਸੁਣਦਾ ਹੀ ਨਹੀਂ ਹੈ, ਦੇਖਦਾ ਤਾਂ ਹੈ ਪਰ ਦੇਖਦਾ ਹੀ ਨਹੀਂ ਹੈ। ਇੱਥੇ ਬੱਚੇ ਵਿੱਚ ਵਿਜ਼ਨ ਔਰ ਹੀਅਰਿੰਗ ਦੀ ਕੋਈ ਕਮੀ ਨਹੀਂ ਹੁੰਦੀ ਹੈ, ਬੱਚੇ ਦੇ ਵਿਜ਼ਨ ਔਰ ਹੀਅਰਿੰਗ ਦੋਨੋਂ ਨਾਰਮਲ ਹੁੰਦੇ ਹਨ। ਅਗਰ ਪੇਰੈਂਟਸ ਆਪਣੇ ਬੱਚੇ ਦਾ ਚੈੱਕਅਪ ਵੀ ਕਰਵਾਉਣ ਲੈਬੋਰੇਟਰੀ ਦੇ ਵਿੱਚ ਕਿਤੇ, ਤੇ ਉਸਦੇ ਵਿਜ਼ਨ ਔਰ ਹੀਅਰਿੰਗ ਦੋਨੋਂ ਨਾਰਮਲ ਹੀ ਆਣਗੇ। ਬੱਚੇ ਦੀ ਇੱਥੇ ਕਮੀ ਹੈ ਕੋਆਰਡੀਨੇਸ਼ਨ ਔਰ ਅਟੈਂਸ਼ਨ ਦੀ, ਕਿ ਬੱਚੇ ਦੇ ਵਿੱਚ ਕੋਆਰਡੀਨੇਸ਼ਨ ਔਰ ਅਟੈਂਸ਼ਨ ਦੀ ਕਮੀ ਹੈ, ਜਿਸ ਦੇ ਕਾਰਨ ਉਹ ਸੁਣਦਾ ਨਹੀਂ ਹੈ, ਦੇਖਦਾ ਨਹੀਂ ਹੈ। ਅਗਰ ਉਸਨੂੰ ਬੁਲਾਓ ਤੇ ਉਹ ਸੁਣਦਾ ਨਹੀਂ ਹੈ, ਆਪਣੀ ਜ਼ਿੱਦ ਕਰੇਗਾ, ਉਹ ਸੁਣੇਗਾ ਹੀ ਨਹੀਂ। ਅਗਰ ਬੱਚੇ ਨੂੰ ਤੁਸੀਂ ਕੋਈ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਬੱਚੇ ਇਹ ਟੋਏ ਦੇਖੋ, ਬੱਚਾ ਇਹ ਟੋਏ ਦੇਖੋ, ਬਟ ਉਹ ਦੇਖਦਾ ਹੀ ਨਹੀਂ ਹੈ। ਇੱਥੇ ਬੱਚੇ ਦੇ ਵਿੱਚ ਵਿਜ਼ਨ ਦੀ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਬੱਚੇ ਦੇ ਵਿੱਚ ਪ੍ਰੋਬਲਮ ਹੈ ਕੋਆਰਡੀਨੇਸ਼ਨ ਦੀ, ਕਿ ਬੱਚਾ ਆਪਣੇ ਸੈਂਸਿਸ ਨੂੰ ਕੋਆਰਡੀਨੇਟ ਨਹੀਂ ਕਰ ਪਾ ਰਿਹਾ ਹੈ ਕਿ ਉਸਨੂੰ ਕੀ ਕਰਨਾ ਹੈ। ਜ਼ਿਆਦਾਤਰ ਪੇਰੈਂਟਸ ਕੀ ਕਰਦੇ ਹਨ, ਉਹ ਆਪਣੀ ਬੱਚੇ ਦੀ ਇੱਕ ਹੀ ਪ੍ਰੋਬਲਮ ਨੂੰ ਜ਼ਿਆਦਾ ਫੋਕਸ ਕਰਦੇ ਹਨ ਕਿ ਸਾਡੇ ਬੱਚੇ ਦੇ ਵਿੱਚ ਸਪੀਚ ਦੀ ਪ੍ਰੋਬਲਮ ਹੈ, ਕਿ ਬੱਚੇ ਦੀ ਸਪੀਚ ਨਹੀਂ ਹੈ। ਪੇਰੈਂਟਸ ਹਮੇਸ਼ਾ ਦੱਸਦੇ ਹਨ ਕਿ ਸਾਡਾ ਬੱਚਾ 5 ਜਾਂ 6 ਸਾਲ ਦਾ ਹੋ ਚੁੱਕਾ ਹੈ, ਬਟ ਉਸਦੀ ਜੋ ਸਪੀਚ ਹੈ ਉਹ ਹੱਲੇ ਵੀ 2 ਜਾਂ 3 ਸਾਲ ਦੇ ਬੱਚੇ ਦੇ ਅਕੋਰਡਿੰਗ ਹੀ ਹੈ। ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ 5 ਸਾਲ ਦਾ ਹੈ, 6 ਸਾਲ ਦਾ ਹੈ, ਬਟ ਆਪਣੀ ਨੀਡ ਨਹੀਂ ਦੱਸ ਪਾ ਰਿਹਾ ਹੈ ਕਿ ਉਸਨੂੰ ਕੀ ਚਾਹੀਦਾ ਹੈ, ਤੇ ਹਮੇਸ਼ਾ ਹਾਈਪਰ ਜਾ ਵੀ ਰਹਿੰਦਾ ਹੈ। ਤੇ ਪੇਰੈਂਟਸ ਕੀ ਦੱਸਦੇ ਹਨ ਕਿ ਬੱਚਾ 5-6 ਸਾਲ ਦਾ ਹੋ ਗਿਆ ਹੈ, ਬਟ ਉਹਦੀ ਸਪੀਚ ਕੀ ਹੈ ਕਿ ਉਹ ਸਿਰਫ ਇੰਨਾ ਕੁ ਬੋਲਦਾ ਹੈ ਕਿ ਮੰਮਾ ਬਾਹਰ, ਪਾਪਾ
ये दे दो, चीजी ले दो, मतलब सिर्फ 2-2 वर्ड्स की जो उसकी स्पीच है, बट वो 5 साल या 6 साल के अकॉर्डिंग जो उसकी स्पीच होनी चाहिए सी वो उसकी स्पीच नहीं है। ਇਹ ਪ੍ਰੋਬਲਮ ਵੀ ਥੈਰੇਪੀ ਸੈਂਟਰ ਦੇ ਵਿੱਚ ਨਾਰਮਲ ਪੇਰੈਂਟਸ ਲੈ ਕੇ ਆਉਂਦੇ ਹੀ ਹਨ ਤੇ ਇਸ ਦਾ ਆਨਸਰ ਇਹ ਹੈ ਕਿ ਬੱਚੇ ਦੇ ਵਿੱਚ ਸਪੀਚ ਦੀ ਪ੍ਰੋਬਲਮ ਸਿਰਫ ਇਸੇ ਕਾਰਨ ਹੈ ਕਿ ਬੱਚਾ ਕੋਆਰਡੀਨੇਟ ਨਹੀਂ ਕਰਦਾ ਹੈ ਤੇ ਹਾਈਪਰ ਵੀ ਹੈ। ਇਸ ਦੇ ਕਾਰਨ ਉਹ ਟਿਕਦਾ ਨਹੀਂ ਹੈ, ਬੈਠਦਾ ਨਹੀਂ ਹੈ, ਸੁਣਦਾ ਨਹੀਂ ਹੈ। ਅਗਰ ਬੱਚਾ ਸੁਣੇਗਾ ਹੀ ਨਹੀਂ ਤੇ ਸਿੱਖੇਗਾ ਕੀ? ਇਹੀ ਕਾਰਨ ਹੁੰਦਾ ਹੈ ਕਿ ਬੱਚੇ ਦੇ ਵਿੱਚ ਸਪੀਚ ਡਿਲੇ ਵੀ ਹੁੰਦੀ ਹੈ। ਹੁਣ ਅਸੀਂ ਗੱਲ ਕਰਾਂਗੇ ਸਾਡੇ ਨੈਕਸਟ ਕੁਐਸਚਨ ਦੇ ਬਾਰੇ ਵਿੱਚ कि पेरेंट्स जो नॉर्मली पूछते हैं कि की कारण हो सकता है कि साडा बच्चा स्पीच डिले है, उसके हले तक स्पीच नहीं आई है, उसके एज के अकॉर्डिंग उसकी स्पीच क्यों नहीं है। इस क्वेश्चन का आंसर जो है कि अगर जिमें कि पेरेंट दसते हैं कि साडा बच्चा सानू अटेंशन नहीं दिंदा है, वो टिक के बैठदा नहीं है, तो ये देखने वाली चीज़ है कि अगर बच्चा अटेंशन ही नहीं देगा, बैठेगा ही नहीं, तो बच्चे सुनेगा किवें, टिक के बैठेगा नहीं तो सुनेगा किवें। यही हो सकता है कि बच्चे दे स्पीच डिले हो सकता है। तो दूसरा जो है कि बच्चे दे विच स्पीच होने दे 2 चीज़ां जरूरी हुंदियां हन स्पीच वास्ते, जो कि है कॉम्प्रीहेंशन ते एक्सप्रैशन। कॉम्प्रीहेंशन का मतलब की हुंदा है कि अगर बच्चे की जो वोकैबुलरी है वो सही होगी तो बच्चे की स्पीच हो सकती है। जिमें कि अगर बच्चा किसी चेयर पर बैठा है तो उसमें पता होवे कि वो चेयर पर बैठा है, तो अगर बच्चा किसी टेबल के कोल खड़ा है तो उसमें पता होवे कि वो टेबल के कोल खड़ा है। ये हुंदी है बच्चे की बेसिक वोकैबुलरी जो बच्चे को पता होनी चाहिए है। अगर बच्चे को इन्हां चीज़ों बारे पता होगा तो उसकी जो स्पीच है वो होवेगी ही। तो अगर बच्चे को इन्हां बेसिक चीज़ों बारे ही नॉलेज नहीं है तो बच्चा स्पीच की करेगा, उसको पता ही नहीं है तो की दसेगा सामने वाले को। ਅਸੀਂ अगर गल करिए एक्सप्रैशन के बारे में, तो एक्सप्रैशन का मतलब होता है कि बच्चा अपने आप में कितना का एक्सप्रैस कर पाता है दूसरों के सामने, कि जिमें कि अगर उसमें कोई चीज़ चाहिए है तो वो एक्सप्रैस कर पावे कि मैनू ये चीज़ चाहिए है, कि वो दस पावे कि उसकी की नीड है। ये होंगी है एक्सप्रैशन। जिमें कि अगर उसमें कोई प्रॉब्लम हो रही है कोई चीज़ की, जिमें कि कोई उसनों चीज़ तंग कर रही है तो वो दस पावे कि मैनू ये चीज़ तंग कर रही है, या उसमें कोई चीज़ पसंद नहीं है तो दस पावे कि मैनू ये चीज़ नहीं पसंद है, अपने आप को एक्सप्रैस कर पावे। ये होंगी है एक्सप्रैशन। यही 2 चीज़ां होंदियां हैं कॉम्प्रीहेंशन ते एक्सप्रैशन, जो कि बहुत इंपॉर्टेंट होंदियां हैं बच्चे दे स्पीच दे वास्ते। अगर बच्चे दे विच कॉम्प्रीहेंशन और एक्सप्रैशन की कमी है तो बच्चे दे विच स्पीच डिले होवेगा ही। ਹੁਣ ਜਿਵੇਂ ਕਿ ਤੁਸੀਂ ਮੇਰੀ ਇਸ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਔਟਿਜ਼ਮ ਦੇ ਕੀ ਸਾਈਨਸ ਹੁੰਦੇ ਹਨ ਤੇ ਸਪੀਚ ਡਿਲੇ ਦੇ ਕੀ ਸਾਈਨਸ ਹੁੰਦੇ ਹਨ। ਔਟਿਜ਼ਮ ਔਰ ਸਪੀਚ ਡਿਲੇ ਦਾ ਡਿਫਰੈਂਸ਼ੀਏਟ ਤੁਸੀਂ ਕਿਵੇਂ ਕਰਨਾ ਹੈ ਕਿ ਔਟਿਜ਼ਮ ਦੇ ਵਿੱਚ ਕੀ ਸਾਈਨਸ ਹੋ ਸਕਦੇ ਹਨ, ਸਪੀਚ ਡਿਲੇ ਦਾ ਕੀ ਸਾਈਨਸ ਹੋ ਸਕਦੇ ਹਨ। ਤੇ ਹੋਰ ਮੈਂ ਤੁਹਾਨੂੰ ਅਗਰ ਜਿਵੇਂ ਸੈਂਸਸ ਦੇ ਬਾਰੇ ਦੱਸਿਆ ਹੈ ਕਿ ਬੱਚੇ ਦੇ ਜੋ ਸੈਂਸਸ ਹੁੰਦੇ ਹਨ ਉਹ ਨੋਰਮਲ ਹੁੰਦੇ ਹਨ, ਜਿਵੇਂ ਕਿ ਉਸਦੇ ਵਿਜ਼ਨ ਔਰ ਹੀਅਰਿੰਗ, ਸਮੈਲਿੰਗ, ਟੇਸਟ ਸਭ ਨੋਰਮਲ ਹੁੰਦੇ ਹਨ, बट उसके विच प्रॉब्लम होंदी है कोऑर्डिनेशन की, जिसके कारण वो अपने सेंसिस को कोऑर्डिनेट नहीं कर पाता है तो उसको पता नहीं लग पाता है कि उसने सुनना है या देखनी है कोई चीज़। ये होंदी है सेंसिस के सेंसिस दे विच कोई प्रॉब्लम नहीं है, कोऑर्डिनेशन की कमी है। तो दूसरी तरफ अगर मैं तुहानूं दस्सिया है बच्चे दे स्पीच डिले का की कारण हो सकता है कि बच्चे दे विच स्पीच डिले का कारण सिर्फ वो कॉम्प्रीहेंशन और एक्सप्रैशन जो कि जरूरी होंदा है स्पीच आने के वास्ते, कि अगर बच्चे में कॉम्प्रीहेंशन की कमी है, एक्सप्रैशन की कमी है, एक्सप्रैस नहीं कर पा रहा है तो उसकी जो वोकैबुलरी है वो नहीं ठीक है तो बच्चे की भी स्पीच की प्रॉब्लम होगी। तो यही कुछ कारण हैं या कुछ सिम्पटम्स हैं जो मैं तुहानूं पूरा डीपली दस्सिया है अपनी वीडियो दे विच कि तुसीं अपने बच्चे दे विच किवें पहचान सकते हो कि वो ऑटिज्म है या स्पीच डिले है, या फिर उसमें स्पीच डिले की प्रॉब्लम क्यों है। अगर तुहाडे भी बच्चे नूं इस तरह की कोई प्रॉब्लम आ रही है, या उसमें स्पीच डिले है, या ऑटिज्म है, या हाइपर एक्टिव है, तो तुसीं साडे थैरेपी सेंटर दे विच आके थैरेपी लै सकते हो। जिवें कि पेरेंट्स देखते हैं कि अगर उन्हां दे बच्चे दे विच कोई प्रॉब्लम है तो उन्हां दा सब तो पहला काम होंदा है बच्चे नूं असैस करवाना, उसकी असैसमेंट करवाना। साडा जो थैरेपी सेंटर है वो पंजाब दे विच बहुत सारे शहरों के विच स्थित है, जिथे तुसी आके फ्री असैसमेंट करवा सकते हो, बच्चे का चैकअप करवा सकते हो, तो
ਤੁਹਾਨੂੰ ਇਸ ਅਸੈਸਮੈਂਟ ਦੇ ਵਿੱਚ ਬਹੁਤ ਕਲੀਅਰਲੀ ਤੇ ਚੰਗੀ ਤਰ੍ਹਾਂ ਡੀਪਲੀ ਦੱਸਿਆ ਜਾਵੇਗਾ ਕਿ ਕੀ ਤੁਹਾਡੇ ਬੱਚੇ ਦੇ ਵਿੱਚ ਪ੍ਰੋਬਲਮ ਹੈ ਤੇ ਉਸ ਦਾ ਸੋਲੂਸ਼ਨ ਕੀ ਹੈ, ਤੇ ਤੁਹਾਨੂੰ ਸਭ ਹੋਮ ਪਲਾਨ ਵੀ ਦਿੱਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ ਘਰ ਵਿੱਚ ਵੀ ਆਪਣੇ ਬੱਚੇ ਦਾ ਸਹੀ ਤਰੀਕੇ ਨਾਲ ਇਲਾਜ ਕਰ ਸਕਦੇ ਹੋ। ਤੇ ਸਾਡੀ ਜੋ ਥੈਰੇਪੀਜ਼ ਹੈ ਉਹ ਆਫਲਾਈਨ ਔਰ ਆਨਲਾਈਨ ਦੋਨੋਂ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਸਾਡੇ ਜੋ ਬਾਹਰ ਬੱਚੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਇੱਥੇ ਆਨਲਾਈਨ ਥੈਰੇਪੀ ਲੈਂਦੇ ਹਨ। ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਆਪਣੇ ਬੱਚੇ ਦੀ ਫ੍ਰੀ ਅਸੈਸਮੈਂਟ ਕਰਵਾ ਸਕਦੇ ਹੋ।